ਬਲਵਿੰਦਰ ਸਿੰਘ ਨੇ ਇਹ ਜੋ ਪੰਗਤੀਆਂ ਗਰੁੱਪ ਅੰਦਰ ਪਾਈਆਂ ਹਨ। ਇਹ ਤਨ ਮੇਰਾ ਚਸ਼ਮਾ ਹੋਵੇ, ਮੁਰਸ਼ਦ ਵੇਖ ਨਾ ਰੱਜਾਂ ਹੂ। ਲੂੰ ਲੂੰ ਦੇ ਮੁੜ ਲੱਖ ਲੱਖ ਚਸ਼ਮਾ, ਇੱਕ ਖੁੱਲਾ ਇੱਕ ਕੱਜਾਂ ਹੂ। ਇਤਨਿਆਂ ਡਿੱਠਿਆਂ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ। ਮੁਰਸ਼ਦ ਦਾ ਦੀਦਾਰ ਹੈ ਬਾਹੂ, ਲੱਖ ਕਰੋੜਾਂ ਹੱਜਾਂ ਹੂ। ਉਹਨਾਂ ਨੂੰ ਲੱਖ ਕਰੋੜਾਂ ਹੱਜ ਹੋ ਗਏ ਹੋਣਗੇ। ਜਿਨ੍ਹਾਂ ਨੇ ਐਸਾ ਕਿਹਾ ਹੈ ਦੀਦਾਰ ਕਰਕੇ ਮੁਰਸ਼ਦ ਦੇ। ਉਹਨਾਂ ਨੂੰ ਮੁਰਸ਼ਦ ਦੇ ਵਾਸਤਵਿਕ ਦੇ ਵਿੱਚ ਦੀਦਾਰ ਹੋਏ ਹੋਣਗੇ ਵੈਸੇ। ਤੇ ਉਹਨਾਂ ਨੇ ਕਿਹਾ ਹੈ ਇਹੋ ਹੀ ਫਰਕ ਹੈ। ਜਾਗਰਤ ਪੁਰਸ਼ ਦੇ ਵਿੱਚ ਤੇ ਸੁੱਤੇ ਹੋਏ ਦੇ ਵਿੱਚ। ਮੁਕਤ ਦੇ ਵਿੱਚ ਤੇ ਬੰਧਨ ਦੇ ਵਿੱਚ ਪਏ ਹੋਏ ਦੇ ਵਿੱਚ। ਕਿਉਂਕਿ ਉਹ ਉਹੋ ਹੀ ਕਹਿੰਦਾ ਹੈ ਜੋ ਦੇਖਦਾ ਹੈ। कबीर जी ने भी किया है ना कि हम कहते आँखों देखी, पर तुम कहते कानों सुनी। वो पंडित ते कन्नां नाल सुन सुन के कह रहे सी, वो अखां नाल देख देख के कह रहे सी। पर जिहड़े अखां नाल देख के कह रहे उन्हां दी लोक घट मनदे हन। क्योंकि अखां नाल जिहड़े देखदे हन वो तो वर्तमान दे विच देख रहे हन ते वर्तमान दे विच ही कह रहे हन। पर जिहड़े कन्नां नाल सुन के कह रहे हन वो पिछलियां नूं कह रहे हन ते पिछलियां दे नाल लोग जुड़े हुंदे हन। ਤੇ ਇਸ ਕਾਰਨ ਪੁਰਾਣੇ ਸਮੇਂ ਦੀਆਂ ਗੱਲਾਂ ਜ਼ਿਆਦਾ ਪ੍ਰਭਾਵੀ ਹੁੰਦੀਆਂ ਹਨ ਤੇ ਜੋ ਸਾਹਮਣੇ ਕਹਿ ਰਿਹਾ ਹੈ ਉਹਦੇ ਤੇ ਇੰਨਾ ਭਰੋਸਾ ਵੀ ਨਹੀਂ ਹੁੰਦਾ ਹੈ ਵੀ ਵਾਸਤਵਿਕ ਦੇ ਵਿੱਚ ਇਵੇਂ ਹੋ ਸਕਦਾ ਹੈ ਵੀ ਕਿਸੇ ਨੂੰ ਦਰਸ਼ਨ ਐਸੇ ਹੁੰਦੇ ਹਨ ਐਸੇ। ਦਰਅਸਲ ਜਿਹੜਾ ਮਿਟਿਆ ਹੋਇਆ ਹੈ ਨਾ ਉਹਦੇ ਕੋਲ ਜਿੰਨਾ ਵੀ ਤੁਸੀਂ ਮਿਟੋਗੇ ਓਨੇ ਹੀ ਦਰਸ਼ਨ ਹੋਣਗੇ। मिटे होए को जिन्ना मिट के बैठोगे दर्शन होणगे।
ਜਦੋਂ ਪੂਰਾ ਪੂਰਾ ਮਿਟ ਜਾਓਗੇ ਤੇ ਪੂਰੇ ਪੂਰੇ ਦਰਸ਼ਨ ਹੋਣਗੇ। ਤੇ ਜਿਹੜੇ ਮਿਟੇ ਸਨ ਤੇ ਮਿਟ ਕੇ ਦਰਸ਼ਨ ਕੀਤੇ, ਫਿਰ ਦਵੈਤ ਖੋ ਜਾਂਦੀ ਹੈ ਨਾ, ਫਿਰ ਅੰਦਰੂਨੀ ਦਰਸ਼ਨ ਹੁੰਦੇ ਹਨ, ਸਾਰੀਆਂ ਦੀਵਾਰਾਂ ਡਿੱਗ ਪੈਂਦੀਆਂ ਹਨ। ਦੀਵਾਰ ਬਾਹਰੋਂ ਦੇਖਣ ਕਾਰਨ ਹੈ, ਤੇ ਬਾਹਰੋਂ ਦੇਖਦੇ ਹੋ ਤੁਸੀਂ ਸੋਚ ਕੇ, ਸੋਚ ਕੇ ਦੇਖਦੇ ਹੋ ਨਾ। ਦੇਖ ਕੇ ਸੋਚਦੇ ਹੋ। ਤੇ ਜਿਹਨੂੰ ਕੋਈ ਸੋਚਦਾ ਨਹੀਂ ਹੈ, ਸਿਰਫ ਦੇਖਦਾ ਹੈ, ਉਦੋਂ ਉਹਨੂੰ ਦਰਸ਼ਨ ਹੁੰਦੇ ਹਨ। ਤੇ ਜਿਨ੍ਹਾਂ ਨੂੰ ਹੋਏ ਸਨ, ਉਹਨਾਂ ਨੇ ਇਹਨਾਂ ਪੰਕਤੀਆਂ ਦੇ ਵਿੱਚ ਆਪਣਾ ਭਾਵ ਬਿਆਨ ਕੀਤਾ। ਦਰਅਸਲ ਆਮ ਸਾਧਾਰਨ ਜਿਹੜੇ ਕਵੀ ਹਨ, ਜ਼ਿਆਦਾਤਰ ਉਹਨਾਂ ਦੇ ਵਾਸਤਵਿਕ ਸੁਭਾਵ ਦੇ ਵਿੱਚੋਂ ਕਵਿਤਾ ਨਹੀਂ ਨਿਕਲਦੀ ਹੈ। ਕਈ ਕਵਿਤਾਵਾਂ ਬਹੁਤ ਗਹਿਰੀਆਂ ਹੁੰਦੀਆਂ ਹਨ, ਪਰ ਉਹਨਾਂ ਦਾ ਛਣ ਮਾਤਰ ਵਾਸਤੇ ਹੀ ਭਾਵ ਹੁੰਦਾ ਹੈ ਕਵਿਤਾ ਲਿਖਣ ਦੇ ਟਾਈਮ। ਫਿਰ ਜੀਵਨ ਵੈਸਾ ਦਾ ਵੈਸਾ। ਕਈ ਵਾਰ ਤੁਸੀਂ ਐਸਾ ਵੀ ਦੇਖਿਆ ਹੋਵੇਗਾ, ਕਵੀ ਦਾ ਜੀਵਨ ਕਵਿਤਾ ਨਾਲੋਂ ਉਲਟਾ ਹੁੰਦਾ ਹੈ। ਕਵਿਤਾ ਦੇ ਨਾਲ ਤਾਲਮੇਲ ਹੀ ਨਹੀਂ ਖਾਂਦਾ ਜ਼ਿਆਦਾਤਰ ਕਵੀਆਂ ਦੇ ਜੀਵਨ। ਭਾਵ ਵੇਗ ਦੇ ਵਿੱਚ ਲਿਖੀਆਂ ਜਾਂਦੀਆਂ ਹਨ, ਪਰ ਜੀਵਨ ਦੇ ਆਧਾਰਿਤ ਹੋਵੇ, ਜੀਵਨ 'ਚੋਂ ਨਿਕਲੀ ਹੋਵੇ। ਤੇ ਉਹ ਵੀ ਦੂਸਰੇ ਦੇ ਜੀਵਨ 'ਤੇ ਜ਼ਿਆਦਾ ਪ੍ਰਭਾਵ ਪਾਉਂਦੀ ਹੈ। ਜਿਵੇਂ ਕੱਲ੍ਹ ਹੀ ਜਿਹੜੀ ਕਵਿਤਾ ਪੜ੍ਹ ਰਹੇ ਸੀ, ਉਹ ਲਿਖੀ ਤੇ ਹੋਈ ਸੀ ਬਰਜਿੰਦਰ ਸਿੰਘ ਨੇ। ਉਹ ਵੀ ਮੈਨੂੰ ਬਾਅਦ ਵਿੱਚ ਪਤਾ ਲੱਗਾ। ਦੇਖੋ, ਇਹ ਸਭ ਕੁਛ ਕੁਦਰਤੀ ਹੁੰਦਾ ਹੈ। ਅਕਸਰ ਮੈਂ ਤੁਹਾਨੂੰ ਕਹਿੰਦਾ ਹਾਂ ਵੀ ਮੈਂ ਨਹੀਂ ਕਰ ਰਿਹਾ ਹਾਂ, ਇਹ ਸੁਭਾਵਿਕ ਹੁੰਦਾ ਹੈ। ਕੱਲ੍ਹ ਜਦੋਂ ਮੈਂ ਕਵਿਤਾ ਉਹ ਪੜ੍ਹੀ ਸੀ ਵੀ ਮੈਂ ਜੰਗਲ ਦੇ ਵਿੱਚ ਜੋ ਕੁਟੀਆ ਬਣਾਈ ਹੋਈ ਹੈ ਬੈਠਣ ਵਾਸਤੇ, ਉੱਥੇ ਚਲੇ ਜਾਂਦਾ ਹਾਂ ਦਿਨੇ ਸ਼ਾਮ ਦੇ ਵਕਤ, ਤਾਂ ਉੱਥੇ ਬੈਠ ਕੇ ਹੀ ਰਿਕਾਰਡਿੰਗ ਜ਼ਿਆਦਾਤਰ ਕਰਦਾ ਹਾਂ ਅਤੇ ਵਾਪਸ ਆ ਕੇ ਪਾਉਂਦਾ ਹਾਂ। ਅਤੇ ਉੱਥੇ ਐਨਕ ਨਹੀਂ ਲੈ ਕੇ ਜਾਂਦਾ ਮੈਂ, ਤਾਂ ਐਨਕ ਹੈ ਨਹੀਂ ਸੀ ਮੇਰੇ ਕੋਲ, ਅਤੇ ਕਵਿਤਾ ਤਾਂ ਪੜ੍ਹ ਦਿੱਤੀ, ਪਰ ਕਵਿਤਾ ਦੇ ਜੋ ਥੱਲੇ ਨਾਂ ਛੋਟੇ ਅੱਖਰਾਂ ਦੇ ਵਿੱਚ ਲਿਖਿਆ ਸੀ ਨਾ, ਉੱਧਰ ਨਾ ਖਿਆਲ ਹੀ ਦਿੱਤਾ, ਨਾ ਪੜ੍ਹਿਆ। ਫਿਰ ਜਦੋਂ ਵਾਪਸ ਆ ਕੇ ਮੈਂ ਦੇਖਿਆ ਵੀ ਥੱਲੇ ਨਾਂ ਤੇ ਕਵੀ ਦਾ ਲਿਖਿਆ ਹੋਇਆ ਹੈ, ਜਿਹੜੇ ਬੜੇ ਮਸ਼ਹੂਰ ਹਨ, ਵੀ ਉਹਨਾਂ ਦਾ ਨਾਂ ਪੜ੍ਹਿਆ ਹੀ ਨਹੀਂ, ਨਾਂ ਦੂਸਰੇ ਦਾ।
ਪਰ ਹੋ ਸਕਦਾ ਹੈ ਗੁਰਮੁਖ ਸਿੰਘ ਦੇ ਨਾਲ ਜ਼ਿਆਦਾ ਤਾਲਮੇਲ ਖਾਂਦੀ ਹੋਵੇ ਕਵਿਤਾ, ਤਾਂ ਕਰਕੇ ਉਹਦਾ ਨਾਮ ਜ਼ਿਆਦਾ ਵਰਤਿਆ ਗਿਆ ਇਸ ਕਵਿਤਾ ਦੇ ਵਿੱਚ। ਪਰ ਬਰਜਿੰਦਰ ਸਿੰਘ ਦਾ ਨਾਂ ਨਾ ਲੈਣ ਕਰਕੇ ਬੇਚੈਨੀ ਤਾਂ ਹੋਏ ਵੀ ਹੋਊਗੀ ਵੀ ਕਵਿਤਾ ਮੇਰੀ ਤੇ ਮੇਰਾ ਨਾਮ ਹੀ ਨਹੀਂ। ਇਸੇ ਕਾਰਨ ਹੀ ਤਾਂ ਕਵੀ ਕਵਿਤਾ ਦੇ ਥੱਲੇ ਨਾਂ ਲਿਖਦੇ ਹਨ, ਨਾਮ ਬੜਾ ਸੁੰਦਰ ਲਿਖਦੇ ਹਨ। ਕਈ ਕਵਿਤਾ ਦੇ ਵਿੱਚ ਹੀ ਆਪਣਾ ਨਾਮ ਵਰਤਦੇ ਹਨ ਜ਼ਿਆਦਾ ਗੀਤਕਾਰ। ਜਾਂ ਚਿੱਤਰਕਾਰ ਚਿੱਤਰ ਬਣਾਉਂਦੇ ਹਨ, ਥੱਲੇ ਬੜਾ ਵਧੀਆ ਨਾਮ, ਬੜਾ ਸੁੰਦਰ, ਕਈਆਂ ਦੇ ਚਿੱਤਰ ਨਾਲੋਂ ਵੀ ਸੁੰਦਰ ਆਪਣਾ ਨਾਮ ਲਿਖ ਦਿੰਦੇ ਹਨ। ਥੱਲੇ ਨਾਮ ਦਾ ਬੜਾ ਮੋਹ ਹੋਵੇਗਾ ਤਾਂ ਹੀ ਲਿਖਦੇ ਹਨ ਨਾ, ਲਗਾਵ ਹੋਵੇਗਾ। ਤੇ ਮੈਂ ਇਹਨੂੰ ਪਿੱਛੇ ਜੇ ਕਿਹਾ ਵੀ ਸੀ ਵੀ ਆਪਣੀ ਕਵਿਤਾ ਦੇ ਨਾਲ ਨਾਂ ਨਾ ਵਰਤਿਆ ਕਰ ਆਪਣਾ, ਪਰ ਨਾਮ ਤੋਂ ਬਗੈਰ ਮਜ਼ਾ ਨਹੀਂ ਆਉਂਦਾ। ਮਜ਼ਾ ਤੇ ਉਸ ਨਾਮ ਸੁਣਨ ਨਾਲ ਆਉਂਦਾ ਹੈ। ਤੇ ਜਿਹੜੇ ਨਹੀਂ ਲੈਂਦੇ ਸਨ ਨਾ ਮਜ਼ਾ ਆਪਣੇ ਨਾਮ ਦਾ, ਉਹਨਾਂ ਨੇ ਆਪਣੇ ਨਾਮ ਦਾ ਉਪਯੋਗ ਹੀ ਨਹੀਂ ਕੀਤਾ। ਜਿਵੇਂ ਪੁਰਾਣੀਆਂ ਉਪਨਿਸ਼ਦਾਂ ਹਨ, ਬਹੁਤ ਸਾਰੇ ਰਿਸ਼ੀਆਂ ਦੀਆਂ ਲਿਖੀਆਂ ਹੋਈਆਂ ਹਨ, ਉਹਨਾਂ ਦੇ ਨਾਮ ਹੀ ਨਹੀਂ ਹਨ ਉਹਨਾਂ ਵਿੱਚ। ਬਹੁਤ ਸਾਰੇ ਸ਼ਾਸਤਰ ਵੇਦ ਵਿਆਸ ਜੀ ਦੇ ਨਾਂ 'ਤੇ ਹਨ। ਅਤੇ ਵਿਦਵਾਨ ਸੋਚਦੇ ਹਨ ਵੀ ਇੰਨੇ ਸ਼ਾਸਤਰ ਇੱਕ ਬੰਦਾ ਲਿਖ ਨਹੀਂ ਸਕਦਾ। ਪਰ ਜਿਹੜਾ ਵੀ ਵਿਦਵਾਨ ਲਿਖਦਾ ਸੀ ਉਹ ਆਪਣਾ ਨਾਮ ਨਹੀਂ ਲਿਖਦਾ ਸੀ। ਵੇਦ ਵਿਆਸ, ਵੇਦ ਦਾ ਅਰਥ ਹੁੰਦਾ ਗਿਆਨੀ, ਵਿਆਸ ਜੀ ਹਨ, ਤਾਂ ਉਹਨਾਂ ਦਾ ਨਾਂ ਹੀ ਵਰਤ ਲੈਂਦਾ ਸੀ। ਜਿਵੇਂ ਸਿੱਖ ਗੁਰੂ ਹਨ, ਅਤੇ ਬਾਣੀ ਦੇ ਵਿੱਚ ਇੱਕੋ ਹੀ ਗੁਰੂ ਦਾ ਜ਼ਿਆਦਾ ਨਾਮ ਵਰਤਿਆ, ਬਾਬੇ ਨਾਨਕ ਦਾ। ਨਾਮ ਨਹੀਂ ਵਰਤਦੇ ਸਨ, ਭਾਵ ਕਿ ਨਾਮ ਦੇ ਨਾਲ ਲਗਾਵ ਨਹੀਂ ਹੈ। ਨਾਮ ਤੇ ਸਿਰਫ ਇਹ ਸੰਸਾਰ ਦੇ ਵਿੱਚ ਉਪਯੋਗ ਦੇ ਵਿੱਚ ਆਉਂਦਾ ਹੈ। ਇਹ ਜੋ ਝੂਠੀ ਦੁਨੀਆ ਹੈ ਨਾ, ਇੱਥੇ ਝੂਠਾ ਹੀ ਨਾਮ ਉਪਯੋਗ ਦੇ ਵਿੱਚ ਆ ਜਾਂਦਾ, ਵਾਸਤਵਿਕ ਥੋੜ੍ਹੀ ਹੈ। ਕਈ ਵਾਰ ਮੈਨੂੰ ਵੀ ਕਈ ਨਾਮ ਪੁੱਛ ਲੈਂਦੇ ਹਨ ਅਤੇ ਮੈਨੂੰ ਸੰਕੋਚ ਜਿਹਾ ਲੱਗਦਾ ਹੈ ਵੀ ਕੀ ਕਹੀਏ, ਇਹ ਤਾਂ ਉੱਦਾਂ ਹੀ ਰੱਖਿਆ ਹੋਇਆ ਕੰਮ ਚਲਾਊ। ਅਤੇ ਅਗਲਾ ਸੋਚਾਂ ਦੇ ਵਿੱਚ ਪਿਆ ਹੋਇਆ ਦੇਖ ਕੇ ਪੁੱਛਦਾ ਹੀ ਨਹੀਂ ਹੈ ਦੁਬਾਰਾ, ਵੀ ਬੰਦੇ ਨੂੰ ਪਤਾ ਨਹੀਂ ਨਾਮ ਹੀ ਨਹੀਂ ਆਉਂਦਾ। ਅਤੇ ਦੂਸਰੇ ਵੀ ਨਾਮ ਨਹੀਂ ਲੈਂਦੇ ਹਨ, ਇਸ ਕਰਕੇ ਮੈਨੂੰ ਖਿਆਲ ਵਿੱਚ ਵੀ ਨਹੀਂ ਰਹਿੰਦਾ ਹੈ। ਅਤੇ ਨਾਮ ਜਿਹੜਾ ਹੈ, ਇਹਦੇ ਨਾਲ ਵੀ ਮੋਹ ਹੈ। ਕਈ ਆਪਣਾ ਨਾਮ ਕਮਾਉਣ ਵਾਸਤੇ ਇਹ ਸਭ ਕੁਛ ਕਰਦੇ ਹਨ ਵੀ ਸਾਰੀ ਦੁਨੀਆ ਨੂੰ ਪਤਾ ਲੱਗ ਜਾਵੇ। ਕਈ ਆਪਣੀ ਜਾਤੀ ਪ੍ਰਗਟ ਕਰਦੇ, ਕਈ ਆਪਣਾ ਨਗਰ, ਅਤੇ ਬਾਹਰ ਦੇਖੋ ਤੁਸੀਂ, ਇੱਕ ਤਾਂ ਸਰੀਰ ਨਾਲ ਮੋਹ ਹੈ, ਸਰੀਰ ਤਾਂ ਫਿਰ ਵੀ ਹੈ ਹੀ, ਦਿਖਦਾ ਵੀ ਹੈ, ਸਪਰਸ਼ ਵੀ ਹੁੰਦਾ, ਪਰ ਖਿਆਲਾਂ ਦੇ ਨਾਲ ਹੀ ਮੋਹ ਆਦਮੀ ਪਾ ਲੈਂਦਾ। ਖਿਆਲ ਹੀ ਹੈ ਨਾ ਆਪਣਾ ਨਾਮ, ਜਾਤ ਪਾਤ। ਅਗਰ ਤੁਹਾਡਾ ਨਾਂ ਲੈ ਕੇ ਕੋਈ ਗਾਲ ਕੱਢ ਦੇਵੇ ਤੁਹਾਨੂੰ ਬੜਾ ਗੁੱਸਾ ਆਵੇਗਾ। ਗੁੱਸਾ ਤਾਂ ਹੀ ਆ ਰਿਹਾ ਵੀ ਨਾਂ ਦੇ ਨਾਲ ਮੋਹ ਹੈ। ਅਤੇ ਨਾਂ ਲੈ ਕੇ ਕੋਈ ਉਸਤਤ ਕਰ ਦੇਵੇ, ਤੁਸੀਂ ਫੁੱਲੇ ਨਹੀਂ ਸਮਾਓਗੇ ਮੇਰਾ ਨਾਂ।
ਤੇ ਨਾਮ ਦੇ ਨਾਲ ਲਗਾਵ ਹੈ ਤੇ ਇਹੋ ਹੀ ਹੈ ਨਾਮ ਰੂਪ ਦੀ ਦੁਨੀਆ। ਇਹਦੇ ਨਾਲ ਲਗਾਵ ਹੈ। ਇੱਕ ਰੂਪ ਹੈ, ਰੂਪ ਦੇ ਨਾਲ ਲਗਾਵ ਹੈ ਤੁਹਾਡਾ। ਦੂਸਰਾ ਜੋ ਵਿਚਾਰ ਹਨ, ਨਾਮ ਹੈ, ਸੋਚ ਹੈ, ਸਮਝ ਹੈ, ਜਾਣਕਾਰੀ ਹੈ, ਬੁੱਧੀ ਹੈ। ਮੈਂ ਕਵੀ ਹਾਂ, ਇਹ ਵੀ ਇੱਕ ਖਿਆਲ ਹੀ। ਕਵਿਤਾ ਤਾਂ ਸੁਭਾਵਿਕ ਹੀ ਹੈ, ਆ ਗਈ। ਤੇ ਜਿਹੜੀ ਸੁਭਾਵਿਕ ਹੈ, ਸੁਭਾਵ ਦੇ ਵਿੱਚੋਂ ਆਉਂਦੀ ਹੈ ਨਾ ਕਵਿਤਾ, ਉਹ ਵਾਸਤਵਿਕ ਹੁੰਦੀ ਹੈ। ਤੇ ਅਗਰ ਇਹ ਬਰਜਿੰਦਰ ਸਿੰਘ ਦੇ ਸੁਭਾਵ ਦੇ ਵਿੱਚੋਂ ਆਈ ਹੈ ਵਾਸਤਵਿਕ ਦੇ ਵਿੱਚ, ਤੇ ਫਿਰ ਉਹਨੂੰ ਨਾਰਾਜ਼ਗੀ ਨਾ ਹੋਈ ਹੋਵੇਗੀ ਵੀ ਮੇਰਾ ਨਾਮ ਨਹੀਂ ਵਰਤੇ। ਉਹ ਜਾਣੇਗਾ ਵੀ ਨਾਮ ਮੇਰਾ ਤੇਰਾ ਕਿੱਥੇ। ਤੇ ਹੋਈ ਹੈ ਤੇ ਜੇ ਮਿਟ ਨਹੀਂ ਰਿਹਾ, ਨਾਮ ਦੇ ਨਾਲ ਹੀ ਮੋਹ ਹੈ ਤੇ ਮਿਟਣਾ ਤੇ ਜੇ ਬਹੁਤ ਦੂਰ ਹੈ।